काज न जिया जाई, जो मिले ता कार अघाई। सद जीवन भलो कहाही, मुए बिन जीवन नाही। अब क्या कथिय ज्ञान विचारा, निज निरखत गत व्यवहारा। रहाओ कस कुंकम चंदन गारिया, बिन नैनो जगत निहारिया। पूत पिता इक जाया, बिन ठाहर नगर बसाया। जाचक जन दाता पाया, सो दिया न जाई खाया। छोड़िया जाए न मूका, औरन पै जाना चूका। जो जीवन मरना जाने, सो पंच सैल सुख माने। कबीरै सो धन पाया, हर भेटत आप मिटाया। वाहिगुरु जी का खालसा, वाहिगुरु जी की फतेह। साध संगत, आप अनुभव करोगे कि भगत कबीर जी का ये उपदेश, ये ज्ञान, ये बाणी कितनी कठिन है, कितनी औखी। हाँ, गुरु पातशाह ने किरपा की है, उन्होंने औखी तो औखी गल सौखी करके समझाई। पर इन्नी बरीकी नाल असी बाणी नूं ना पढ़ते हाँ, ना सुनते हाँ, ना विचारते। पुरातन गुरसिख माई पाई गुरबाणी नूं पूਰਨ निश्चय नाल पढ़ते, विचारते ते जीवन विच कमाउंदे सन। इसलिए वो भटकते नहीं सन। अज साडी जो हालत है, वो धरती जिथे गुरु साहबान ने अज तो 550 साल पहले एक महान जीवन जाच सिखाई और विचर के सारे संसार विच वंडी, अज असी उस तो खाली होए जापते। मैं ये शब्द पढ़ के भगत कबीर जी के उन्हां बलबलियां नूं गुरबाणी की टेक नाल समझण ते समझाउण दा यतन करांगा। भगत जी कहते हैं कि आत्मक जीवन तो बिना इस जीवन का कोई मकसद नहीं। पर आत्मक जीवन मिलता कदों है? जदों असी जिहड़ा जीवन हुण जी रहे हैं, जिहड़ियां आदतां, जिहड़ा सुभाਅ असी अज बना रखे, इनू बदलना पवेगा। इसे लिए बाणी च लिखिया, शब्द मरो फिर जीवो सद ही, तां फिर मरण ना होई। देखो, एक पंक्ति में सारा कुछ समझा। शब्द मरो, शब्द की विचार करके अपने अंदरों अपने हौमे भाव नूं मार लेना करो। वो साडे कोलों मरदी नहीं। असी तो कहने जे साडी गल ना मनी गई, असीं तां जिउंदे मर गए। पर गुरबाणी कह रही है, जब तक तुसी पहले जीवन वालों मरोगे नहीं, नवा जीवन कित्थों प्राप्त करो? मैं इनू होर सौखा कर देना। मैं या तुसी कोई भी होवे, असी चाहुंदे असी नवें कपड़े पाईए। क्यों जी? नवें कपड़े पाउण लई फिर पुराने लाउणे पैणगे ना। नवा जीवन प्राप्त करने लई पुराना छड्डना पवेगा ना। असी ये चाहुंदे हां कि असी अपनियां आदतां भी ना बदलीए ते साडा जीवन भी बदल जाए। ऐसा कदे हो नहीं सकता।
ਜਦੋਂ ਮੈਂ ਬੁੱਲੇ ਸ਼ਾਹ ਦੇ ਇਹ ਬਚਨ ਪੜ੍ਹਦਾ ਤੇ ਮੈਨੂੰ ਕੁਝ ਸਮਝ ਆਉਂਦੀ। ਕਹਿੰਦੇ ਨੇ ਬੁੱਲੇ ਸ਼ਾਹ ਫਕੀਰ, ਜਿਹਦਾ ਨਾਮ ਸਾਰੀ ਦੁਨੀਆ ਜਾਣਦੀ, ਉਹਨਾਂ ਦੇ ਮੁਰਸ਼ਦ ਸਨ ਅਨਾਇਤ ਸ਼ਾਹ। ਉਹ ਅਰਾਈ ਸਨ। ਮੁਸਲਮਾਨਾਂ ਵਿੱਚ ਇੱਕ ਅਰਾਈ ਐਸੀ ਬਰਾਦਰੀ ਹੈ ਜਿਹੜੇ ਸਬਜ਼ੀਆਂ ਆਦਿਕ ਪੈਦਾ ਕਰਦੇ, ਤੇ ਸਬਜ਼ੀਆਂ ਪੈਦਾ ਕਰਨ ਲਈ ਪਹਿਲਾਂ ਪੌਦ ਲਾਉਣੀ ਪੈਂਦੀ, ਚਾਹੇ ਮਿਰਚਾਂ ਦੀ ਹੋਵੇ, ਚਾਹੇ ਟਮਾਟਰਾਂ ਦੀ ਹੋਵੇ, ਚਾਹੇ ਪਿਆਜ਼ ਗੰਢਿਆਂ ਦੀ ਹੋਵੇ, ਪਹਿਲਾਂ ਪੌਦ ਲਾਉਣੀ ਪੈਂਦੀ। ਫਿਰ ਉਸ ਨੂੰ ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਲਾਉਣਾ ਪੈਂਦਾ, ਫਿਰ ਉਹ ਪ੍ਰਫੁੱਲਤ ਹੁੰਦੀ। ਕਹਿੰਦੇ ਨੇ ਬੁੱਲੇ ਸ਼ਾਹ ਇੱਕ ਦਿਨ ਆਪਣੇ ਮੁਰਸ਼ਦ ਦੇ ਕੋਲ ਬੈਠੇ ਕਹਿਣ ਲੱਗੇ, ਮੁਰਸ਼ਦ ਜੀ ਕਿਰਪਾ ਕਰੋ, ਕੋਈ ਨਵੇਂ ਜੀਵਨ ਦੀ ਸੋਝੀ ਬਖਸ਼ੋ। ਹੁਣ ਉਹ ਸਨ ਅਨੁਭਵੀ। ਅਨੁਭਵੀ ਉਸ ਨੂੰ ਕਹਿੰਦੇ ਨੇ ਜਿਸ ਨੇ ਕਿਸੇ ਕੰਮ ਨੂੰ ਕਰ ਲਿਆ ਹੋਵੇ, ਜਿਸ ਨੇ ਆਪ ਹੱਥੀਂ ਕੰਮ ਕੀਤਾ ਹੋਵੇ, ਜਿਹਦਾ ਤਜਰਬਾ ਹੋਵੇ। ਉਹ ਹੱਸ ਕੇ ਕਹਿਣ ਲੱਗੇ, ਬੋਲਿਆ ਰੱਬ ਦਾ ਕੀ ਭਾਵਨਾ, ਇੱਧਰੋਂ ਪਟਣਾ ਤੇ ਇੱਧਰ ਲਾਮਣਾ, ਇਹ ਤਬਦੀਲੀ ਹੈ। ਜਦੋਂ ਤੀਕਰ ਇਹ ਤਬਦੀਲੀ ਨਹੀਂ ਆਉਂਦੀ, ਸਾਨੂੰ ਉਸ ਅਵਸਥਾ ਦੀ ਸਮਝ ਆਈ ਨਹੀਂ। ਗੁਰੂ ਸਾਹਿਬ ਨੇ ਬਹੁਤ ਸੌਖਾ ਤਰੀਕਾ ਦੱਸਿਆ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜਦੋਂ ਗੁਰੂ ਦੀ ਸਿੱਖਿਆ ਨਾਲ ਆਪਣੇ ਅਹੰਕਾਰ ਨੂੰ ਖਤਮ ਕਰ ਲਓ, ਫਿਰ ਇੱਕ ਐਸਾ ਜੀਵਨ ਮਿਲੇਗਾ ਜਿਸ ਵਿੱਚ ਫਿਰ ਮਰਨਾ ਹੀ ਨਹੀਂ ਪਵੇ। ਭਗਤ ਕਬੀਰ ਜੀ ਕਹਿੰਦੇ ਨੇ, ਹੁਣ ਮੈਂ ਕੀ ਇਸ ਦਾ ਗਿਆਨ ਕਰਾਂ, ਅਬ ਕਿਆ ਕਥੀਐ ਗਿਆਨ ਵਿਚਾਰਾ। ਹੁਣ ਅਖਰੀ ਅਰਥ ਪਹਿਲਾਂ ਸਮਝੋ। ਅਬ ਦਾ ਮਤਲਬ ਹੈ ਹੁਣ, ਕਿਆ ਕਥੀਐ ਕੀ ਵਿਚਾਰ, ਕੀ ਕਥਨ ਕਰੀ, ਗਿਆਨ ਦੇ ਸੰਬੰਧ ਵਿੱਚ ਕੀ ਵਿਚਾਰ ਕਰੀ। ਨਿਜ ਨਿਰਖਤ ਗਤ ਵਿਵਹਾਰ। ਨਿਜ ਨਿਰਖਤ, ਨਿਜ ਨਿਰਖਤ ਦਾ ਮਤਲਬ ਹੈ ਆਪਣੇ ਆਪ ਨੂੰ ਪੜਚੋਲਿਆਂ ਸਵਾਰਿਆਂ। ਗਤ ਵਿਵਹਾਰ, ਇਹ ਜਿਹੜਾ ਗਤ ਅੱਖਰ ਹੈ ਇਹ ਵੀ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਉਂਦਾ ਹੈ। ਗਤ ਅਤੇ ਨੂੰ ਸਿਆਰੀ ਨਾਲ ਵੀ ਆਉਂਦਾ, ਗਤ ਅਤਾ ਮੁਕਤਾ ਵੀ ਆਉਂਦਾ, ਗਤ ਅਤੇ ਨੂੰ ਅੰਕੁਰ ਵੀ ਆਉਂਦਾ। ਆਖਿਆ ਅਬ ਕਿਆ ਕਥੀਐ ਗਿਆਨ ਵਿਚਾਰਾ। ਹੁਣ ਕੀ ਗਿਆਨ ਦੀ ਵਿਚਾਰ ਕਰੀ। ਨਿਜ ਨਿਰਖਤ ਗਤ ਵਿਵਹਾਰ, ਆਪਣੇ ਆਪ ਨੂੰ ਪੜਚੋਲਣ ਦੇ ਨਾਲ, ਆਪਣੇ ਸਰੂਪ ਨੂੰ ਦੇਖਣ ਦੇ ਨਾਲ ਉਹ ਸਾਰਾ ਵਿਵਹਾਰ ਜਿਹੜਾ ਸੀ ਨਾ ਦੁਨਿਆਵੀ ਤੌਰ 'ਤੇ, ਉਹ ਸਾਰਾ ਹੀ ਬਦਲ ਗਿਆ, ਉਹਦੇ ਵਿੱਚ ਤਬਦੀਲੀ ਆ ਗਈ। ਹੁਣ ਸਾਧ ਸੰਗਤ ਸਾਡੇ ਵਿੱਚ ਜੇ ਤਬਦੀਲੀ ਨਹੀਂ ਆਈ ਤਾਂ ਸਾਨੂੰ ਸਮਝ ਕਿਵੇਂ ਆਵੇ। ਅਸੀਂ ਤੇ ਪੁਰਾਣੀਆਂ ਆਦਤਾਂ ਨੂੰ ਛੱਡਣ ਲਈ ਤਿਆਰ ਨਹੀਂ। ਅਸੀਂ ਇਹ ਵੀ ਚਾਹੁੰਦੇ ਹਾਂ ਅਸੀਂ ਗੁਰੂ ਕੇ ਸਿੱਖ ਬਣੀਏ, ਅਸੀਂ ਅੰਮ੍ਰਿਤਧਾਰੀ ਹੋਈਏ, ਸਾਨੂੰ ਲੋਕ ਇਹ ਵੀ ਕਹਿਣ ਕਿ ਅਸੀਂ ਬੜੇ ਚੰਗੇ ਸਿੱਖ ਹਾਂ। ਅਸੀਂ ਆਪ ਵੀ ਦਾਅਵਾ ਕਰਦੇ ਅਸੀਂ ਕਿਸੇ ਤੋਂ ਘੱਟ ਸਿੱਖ ਹਾਂ, ਪਰ ਆਦਤਾਂ ਨਹੀਂ ਬਦਲ। ਉਸੇ ਤਰ੍ਹਾਂ ਨਸ਼ੇ ਵੀ ਕਰਨੇ ਨੇ, ਉਸੇ ਤਰ੍ਹਾਂ ਸ਼ਰਾਬਾਂ ਕਬਾਬਾਂ ਵਿੱਚ ਵੀ ਲੱਗਣਾ। ਫਿਰ ਉਹ ਆਤਮਿਕ ਜੀਵਨ ਕਿੱਥੋਂ ਮਿਲੇਗਾ। ਭਗਤ ਜੀ ਕਹਿੰਦੇ ਨੇ, ਜੇ ਬਾਜ ਨ ਜੀਆ ਜਾਈ। ਜਿਸ ਆਤਮਿਕ ਜੀਵਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਅਸਲ ਜ਼ਿੰਦਗੀ ਜੀ ਨਹੀਂ ਜਾ ਸਕਦੀ। ਜੋ ਮਿਲੇ ਤਾਂ ਕਾਲ ਅਘਾਈ। ਆਖਿਆ ਜੇ ਕਿਸੇ ਤੇ ਕਿਰਪਾ ਹੋ ਜਾਏ, ਉਹ ਜੀਵਨ ਜਾਚ ਮਿਲ ਜਾਏ ਤਾਂ ਕੀਤੀ ਹੋਈ ਕਾਲ ਸਫਲ ਹੋ ਜਾਂਦੀ। ਜਿਸ ਲਈ ਕਾਲ ਕੀਤੀ ਉਹ ਮਿਲ ਗਿਆ ਤੇ ਨਿਸ਼ਾਨਾ ਪੂਰਾ ਹੋ ਗਿਆ। ਸਾਡੇ ਜੀਵਨ ਦਾ ਕੋਈ ਟਾਰਗੇਟ ਹੈ, ਕੋਈ ਨਿਸ਼ਾਨਾ ਹੈ,
ਪਰ ਅਸੀਂ ਭੁੱਲੇ ਬੈਠੇ। ਗੁਰੂ ਅਮਰਦਾਸ ਜੀ ਰੋਜ਼ ਸਮਝਾਉਂਦੇ ਨੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿਸੇ ਨੂੰ ਤਾਂ ਪੁੱਛਣ ਦੀ ਜ਼ਰੂਰਤ ਹੀ ਨਹੀਂ। ਅਗਲਾ ਆਂਦਾ ਤੂੰ ਠੇਕਾ ਲਿਆ, ਤੂੰ ਕੌਣ ਹੈ। ਗੁਰੂ ਅਮਰਦਾਸ ਜੀ ਨੇ ਬੜਾ ਸੌਖਾ ਰਾਹ ਦੱਸਿਆ। ਨਾ ਪੁੱਛੋ ਬਈ, ਆਪਣੇ ਆਪ ਨੂੰ ਆਪ ਪੁੱਛੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖ ਅਪਾਇਆ। ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜੇ ਬਾਜ ਨ ਜੀਆ ਜਾਈ। ਜਿਸ ਆਤਮਿਕ ਅਵਸਥਾ ਨੂੰ, ਗਿਆਨ ਨੂੰ ਪ੍ਰਾਪਤ ਕਰਕੇ ਜਿਉਂਦਾ ਰਹਿ ਨਹੀਂ ਸਕਦਾ। ਹਾਂ, ਜੇ ਕਿਸੇ ਭਾਗਸ਼ਾਲੀ ਨੂੰ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਉਹ ਅਵਸਥਾ ਮਿਲ ਜਾਏ, ਜੋ ਮਿਲੇ ਤਾਂ ਘਾਲ ਅਗਾਈ, ਫਿਰ ਉਹਦੀ ਕੀਤੀ ਹੋਈ ਘਾਲ ਅਗਾਈ ਸਫਲ ਹੋ ਜਾਂਦੀ। ਉਹ ਸੰਤੁਸ਼ਟ ਹੋ ਜਾਂਦਾ, ਉਹਦੀ ਭੱਜ ਦੌੜ ਖਤਮ ਹੋ ਜਾਂਦੀ। ਸਦ ਜੀਵਨ ਭਲੋ ਕਾਈ। ਸਦ ਜੀਵਨ, ਸਦ ਜੀਵਨ ਇੱਕ ਉਹ ਅਵਸਥਾ ਹੈ ਜਿਹਨੂੰ ਅਟਲ ਜੀਵਨ ਕਹਿੰਦੇ, ਜਿਹੜਾ ਇੱਕ ਵਾਰੀ ਪ੍ਰਾਪਤ ਹੋ ਜਾਏ ਫਿਰ ਉਹ ਜਾਂਦਾ ਨਹੀਂ। ਭਲੋ ਕਹਾਈ, ਸਭ ਲੋਕ ਚੰਗਾ ਚੰਗਾ ਕਹਿੰਦੇ, ਪਰ ਉਹ ਜੀਵਨ ਮੂਏ ਬਿਨ ਜੀਵਨ ਨਾਹੀ। ਮਰੇ ਤੋਂ ਬਿਨਾਂ ਉਹ ਜੀਵਨ ਪ੍ਰਾਪਤ ਨਹੀਂ ਹੋ ਸਕਦਾ। ਜਿਵੇਂ ਆਮ ਸਾਡੇ ਬਜ਼ੁਰਗ ਕਹਿ ਦਿੰਦੇ ਨੇ, ਆਪ ਮਰੇ ਬਿਨਾਂ ਸਵਰਗ ਨਹੀਂ ਜਾਇਆ ਜਾ ਸਕਦਾ। ਅਸੀਂ ਇਸ ਡੂੰਘਾਈ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਮੈਨੂੰ ਯਾਦ ਹੈ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਐਡੀਸ਼ਨਲ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਟੀ ਦਾ ਆਨੰਦ ਕਾਰਜ ਸੀ। ਦਾਸ ਉਸ ਆਨੰਦ ਕਾਰਜ ਦੀ ਮਰਿਆਦਾ ਵਿੱਚ ਸ਼ਾਮਲ ਸੀ। ਤਾਂ ਮੈਂ ਉਸ ਬੱਚੀ ਨੂੰ ਸਿੱਖਿਆ ਦਿੰਦਿਆਂ ਕਿਹਾ, ਬੇਟਾ ਤੂੰ ਮੇਰੀ ਧੀ ਹੈ, ਜੇ ਤੂੰ ਆਪਣੇ ਜੀਵਨ ਵਿੱਚ ਸੁਖੀ ਰਹਿਣਾ ਚਾਹੇ ਤਾਂ ਸ਼ਬਦ ਹਜ਼ਾਰੇ ਬਾਣੀ ਪੜ੍ਹਿਆ ਕਰ। ਪਹਿਲਾਂ ਵੀ ਦਾਸ ਨੇ ਕਈ ਵਾਰੀ ਕਈ ਕਥਾਵਾਂ ਵਿੱਚ ਕਿਹਾ। ਜਦੋਂ ਬਾਹਰ ਆਏ, ਇੱਕ ਬੀਬਾ ਜੀ ਬੜੇ ਪਰਸਨੈਲਿਟੀ ਦੇ ਮਾਲਕ ਕਹਿੰਦੇ, ਬਾਬਾ ਜੀ ਤੁਸੀਂ ਪਹਿਲਾਂ ਵੀ ਕਹਿੰਦੇ ਹੋ ਕਿ ਸ਼ਬਦ ਹਜ਼ਾਰੇ ਪੜ੍ਹੋ, ਅੱਜ ਵੀ ਤੁਸੀਂ ਕਿਹਾ। ਸ਼ਬਦ ਹਜ਼ਾਰੇ ਵਿੱਚ ਕੀ ਹੈਗਾ? ਮੈਂ ਸਮਝ ਗਿਆ ਕਿ ਇਸ ਬੀਬੀ ਨੇ ਸ਼ਬਦ ਹਜ਼ਾਰੇ ਕਦੇ ਪੜ੍ਹੇ ਨਹੀਂ। ਮੈਂ ਉਸ ਨੂੰ ਸ਼ਬਦ ਹਜ਼ਾਰੇ ਬਾਣੀ ਵਿੱਚੋਂ ਇਹ ਸ਼ਬਦ ਪੜ੍ਹ ਕੇ ਸੁਣਾਏ। ਯਾਨੜੀਏ ਮਾਨੜਾ ਗਾਏ ਕਰੇ, ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇ। ਸ਼ੌ ਨੇੜੇ ਧਨ ਕਮਲੀਏ, ਬਾਹਰ ਕਿਆ ਟੂੰਡੇ। ਪੈ ਕੀਆਂ ਦੇ ਸੁਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ। ਤਾਂ ਸੁਹਾਗਣ ਜਾਣੀ ਹੈ ਲਾਗੀ, ਜਾਂ ਸ਼ੌਕ ਧਰੇ ਪਿਆਰੋ। ਜਦੋਂ ਮੈਂ ਇਹਦੀ ਵਿਆਖਿਆ ਕੀਤੀ, ਉਸ ਬੱਚੀ ਦੀਆਂ ਅੱਖਾਂ ਵਿੱਚੋਂ ਜਲ ਆ ਗਿਆ। ਕਹਿੰਦੀ, ਬਾਬਾ ਜੀ ਮੈਂ ਅੱਜ ਤੋਂ ਬਾਅਦ ਰੋਜ਼ ਸ਼ਬਦ ਹਜ਼ਾਰੇ ਪੜ੍ਹਿਆ ਕਰਾਂ, ਰੋਜ਼ ਵਿਚਾਰ ਕਰਿਆ ਕਰਾਂਗੇ। ਤੋ ਕਹਿਣ ਦਾ ਮਤਲਬ, ਉਸ ਜੀਵਨ ਨੂੰ ਅਸੀਂ ਸਾਰੇ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਹੜਾ ਜੀਵਨ ਸਦੀਵੀ ਹੋਵੇ, ਪਰ ਅਸੀਂ ਉਸ ਰਸਤੇ ਤੁਰਦੇ ਨਹੀਂ। ਭਗਤ ਜੀ ਕਹਿੰਦੇ ਨੇ, ਜੇ ਬਾਜ ਨ ਜੀਆ ਜਾਈ, ਜੋ ਮਿਲੇ ਤਾਂ ਘਾਲ ਅਗਾਈ। ਜਿਸ ਆਤਮਿਕ ਜੀਵਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਅਸਲੀ ਜੀਵਨ ਪ੍ਰਾਪਤ ਹੁੰਦਾ ਹੀ ਨਹੀਂ। ਜੇ ਕਿਸੇ ਨੂੰ ਉਹ ਮਿਲ ਜਾਏ, ਫਿਰ ਉਹਦੀ ਘਾਲ ਅਗਾਈ ਸਫਲ ਹੋ ਜਾਂਦੀ। ਸਦ ਜੀਵਨ ਭਲੋ ਕਹਾਈ, ਫਿਰ ਉਸ ਨੂੰ ਸਦ ਜੀਵਨ,
ਉਹ ਜੀਵਨ ਜਿਹੜਾ ਕਦੇ ਵੀ ਨਾਸ਼ ਨਾ ਹੋ। ਪਰ ਉਹ ਜੀਵਨ ਮਿਲਦਾ ਕਦੋਂ ਹੈ? ਮੂਏ ਬਿਨ ਜੀਵਨ ਨਾਹੀ, ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ, ਆਪ ਗਵਾਈਏ ਤਾਂ ਸੋ ਪਾਈਏ। ਮੂਏ ਬਿਨ ਜੀਵਨ ਨਾਹੀ, ਅਬ ਕਿਆ ਕਥੀਐ ਗਿਆਨ ਵਿਚਾਰਾ। ਭਗਤ ਜੀ ਕਹਿੰਦੇ ਨੇ ਹੁਣ ਕੀ ਕਹੀਏ, ਗਿਆਨ ਦੀ ਵਿਚਾਰ ਕਰਨ ਦੀ ਲੋੜ ਹੀ ਨਹੀਂ, ਕੰਮ ਬਣ ਗਿਆ। ਨਿਜ ਨਿਰਖਤ ਗਤ ਵਿਵਹਾਰਾ, ਜਦੋਂ ਗੁਰੂ ਦੀ ਪ੍ਰੇਰਨਾ ਨਾਲ ਆਪਣੇ ਜੀਵਨ ਦਾ ਮਕਸਦ ਸਮਝ ਲਿਆ, ਆਪਣੇ ਸਰੂਪ ਨੂੰ ਸਮਝ ਲਿਆ, ਤਾਂ ਉਹ ਜਿਹੜਾ ਬਾਹਰਲਾ ਵਿਵਹਾਰ ਸੀ ਲੋਕ ਦਿਖਾਵੇ ਵਾਲਾ, ਖਤਮ ਹੋ ਗਿਆ। ਪਰ ਇਹ ਕਦੋਂ ਹੋਇਆ, ਕਿਵੇਂ ਹੋਇਆ? ਕਸ ਕੁੰਕਮ ਚੰਦਨ ਗਾਰਿਆ, ਕਸ ਦੇ ਸੱਸੇ ਨੂੰ ਸਿਆਰੀ ਹੈ ਰਗੜ ਕੇ, ਕੁੰਕਮ ਕਹਿੰਦੇ ਨੇ ਕੇਸਰ ਨੂੰ, ਚੰਦਨ ਕਹਿੰਦੇ ਚੰਦਨ ਨੂੰ। ਕਹਿੰਦੇ ਇਸ ਤਰ੍ਹਾਂ ਆਪਣੇ ਆਪ ਨੂੰ ਰਗੜਿਆ, ਹੰਕਾਰ ਨੂੰ ਇਉਂ ਮਿਟਾਇਆ ਜਿਵੇਂ ਕੁੰਕਮ ਕੇਸਰ ਨੂੰ ਚੰਦਨ ਨੂੰ ਰਗੜਿਆ ਜਾਂਦਾ, ਗਾਲਿਆ ਜਾਂਦਾ। ਕਸ ਕੁੰਕਮ ਚੰਦਨ ਗਾਰਿਆ ਇੱਕ ਮਿਸਾਲ ਹੈ, ਆਪਾ ਮਿਟਾਉਣ ਦਾ ਤਰੀਕਾ ਦੱਸਿਆ। ਇਹ ਜਿਹੜੀ ਗੁਰੂ ਘਰ ਵਿੱਚ ਸੇਵਾ ਹੈ ਨਾ, ਝਾੜੂ ਫੇਰਨਾ, ਜੂਠੇ ਬਰਤਨ ਮਾਂਜਣੇ, ਇਹ ਆਪਣੇ ਆਪ ਨੂੰ ਗਵਾਉਣ ਦਾ ਤਰੀਕਾ ਹੈ। ਜਦੋਂ ਇਸ ਤਰ੍ਹਾਂ ਆਪਣੇ ਆਪ ਨੂੰ ਗਾਲ ਲਿਆ, ਖਤਮ ਕਰ ਲਿਆ, ਆਪਣੇ ਅੰਦਰੋਂ ਹੰਕਾਰ ਮੁੱਕ ਗਿਆ। ਕਸ ਕੁੰਕਮ ਚੰਦਨ ਗਾਰਿਆ, ਬਿਨ ਨੈਣੋ ਜਗਤ ਨਿਹਾਰਿਆ। ਅੱਜ ਅਸੀਂ ਬਾਹਰਲੀਆਂ ਅੱਖਾਂ ਨਾਲ ਦੇਖ ਰਹੇ, ਫਿਰ ਗਿਆਨ ਦੀਆਂ ਅੱਖਾਂ ਪ੍ਰਾਪਤ ਹੋ ਗਈਆਂ। ਜਦੋਂ ਗਿਆਨ ਦੀਆਂ ਅੱਖਾਂ ਪ੍ਰਾਪਤ ਹੋ ਜਾਂਦੀਆਂ, ਫਿਰ ਇਹ ਰਾਗ ਦਵੈਸ਼ ਮੁੱਕ ਜਾਂਦਾ, ਫਿਰ ਇਹ ਮੇਰੀ ਮੇਰੀ ਖਤਮ ਹੋ ਜਾਂਦੀ। ਤਾਂ ਹੀ ਪਾਤਸ਼ਾਹ ਨੇ ਕਿਹਾ, ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਮਿਟਾ ਦੇ ਆਪਣੀ ਹਸਤੀ ਕੋ। ਅਸੀਂ ਇਸ ਪਾਸੇ ਤੁਰਦੇ ਹੀ ਨਹੀਂ ਹੈ। ਸਨ ਗੁਰੂ ਕੇ ਸਿੱਖ। ਮੈਨੂੰ ਕਿਸੇ ਨੇ ਇੱਕ ਗਾਥਾ ਸੁਣਾਈ ਕਿ ਪੈਪਸੂ ਸਰਕਾਰ ਵੇਲੇ ਇੱਕ ਜੇਜੀ ਸਾਹਿਬ ਨਾਮ ਦੇ, ਸ਼ਾਇਦ ਹਰਚੰਦ ਸਿੰਘ ਜੇਜੀ ਜਾਂ ਐਸਾ ਨਾਮ, ਬੜੇ ਵੱਡੇ ਅਹੁਦੇ 'ਤੇ ਸਨ, ਵਜ਼ੀਰ ਸਨ। ਪਰ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਤੇ ਕਹਿੰਦੇ ਨੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਜ਼ਰੂਰ ਜਾਂਦੇ। ਉੱਥੇ ਜਾ ਕੇ ਉਹ ਆਪਣੀ ਸ਼ਾਹੀ ਪੋਸ਼ਾਕ ਲਾ ਕੇ ਕਿੱਲੀ 'ਤੇ ਟੰਗ ਦਿੰਦੇ, ਅਤੇ ਜਿੱਥੇ ਸੰਗਤ ਦੇ ਜੂਠੇ ਭਾਂਡਿਆਂ ਦਾ ਢੇਰ ਲੱਗਾ ਹੁੰਦਾ ਸੀ, ਉੱਥੇ ਜਾ ਕੇ ਮਾਂਜਣ ਲੱਗ ਪਏ। ਕਹਿੰਦੇ ਉਹਨਾਂ ਦੇ ਜਿਹੜੇ ਅਹਿਲਕਾਰ ਸੇਵਾਦਾਰ ਨਾਲ ਸਨ, ਉਹ ਕਹਿੰਦੇ ਸਰਦਾਰ ਸਾਹਿਬ ਤੁਸੀਂ ਇਹ ਕੰਮ ਨਾ ਕਰੋ, ਅਸੀਂ ਕਰ ਦਿੰਦੇ। ਅਤੇ ਸਰਦਾਰ ਸਾਹਿਬ ਨੇ ਕਹਿਣਾ ਕਿ ਮੈਲ ਤੇ ਮੇਰੇ ਮਨ ਨੂੰ ਲੱਗੀ ਹੈ, ਤੁਹਾਡੇ ਕੀਤਿਆਂ ਮੇਰੀ ਥੋੜ੍ਹਾ ਉਤਰੇਗੀ। ਮੈਂ ਕਰਾਂਗਾ ਤੇ ਮੇਰੀ ਮੈਲ ਉਤਰੇਗੀ। ਸੱਚਮੁੱਚ ਜਦੋਂ ਆਪਾਂ ਆਪ ਗੁਰੂ ਕੀ ਸੰਗਤ ਦੀ ਸੇਵਾ ਕਰਕੇ ਮਿਟਾ ਲਿਆ ਜਾਏ, ਕਸ ਕੁੰਕਮ ਚੰਦਨ ਗਾਰਿਆ, ਬਿਨ ਨੈਣੋ ਜਗਤ ਨਿਹਾਰਿਆ, ਫਿਰ ਇਹ ਆਪਣੀਆਂ ਅੱਖਾਂ ਨਹੀਂ ਰਹਿਣਗੀਆਂ। ਇਹ ਗਿਆਨ ਵਾਲੀਆਂ ਅੱਖਾਂ, ਜਿਹਨੂੰ ਗਿਆਨ ਚਕਸ਼ੂ ਕਹਿੰਦੇ ਨੇ, ਉਹ ਪ੍ਰਾਪਤ ਹੋ ਜਾਣ। ਫਿਰ ਸਾਰਿਆਂ ਵਿੱਚ ਰੱਬ ਨਜ਼ਰ ਆਉਣ ਲੱਗ ਪਏ। ਪੂਤ ਪਿਤਾ ਇੱਕ ਜਾਇਆ, ਪੂਤ ਪਿਤਾ ਇੱਕ ਜਾਇਆ। ਇਹ ਹੋਰ ਵੀ ਡੂੰਘੀ ਗੱਲ ਹੈ। ਜਿਸ ਦਿਨ ਜੀਵ ਆਤਮਾ ਨੇ ਆਪਣੇ ਅੰਦਰ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ, ਬਿਨ ਠਾਹਰ ਨਗਰ ਵਸਾਇਆ, ਫਿਰ ਆਪਣੇ ਅੰਦਰ ਇੱਕ ਨਵਾਂ ਸ਼ਹਿਰ, ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਏ। ਹੁਣ ਇਸ ਗੱਲ ਨੂੰ ਖੋਲ੍ਹਣ ਲਈ ਕਿਤਨਾ ਸਮਾਂ ਚਾਹੀਦਾ,
कितने प्रमाण चाहिए। असी तो संगत में जुड़ना, सुनना, बैठना भी बड़ा मुश्किल हो गया। ये बड़ी घालना है। ये घालना घाले तो बिना कग्गा घालो मनै ए बिना हर दूसर नाही। ना होवा ना होमना जत कत ओही समाही। तो भगत जी सानू प्रेरणा कर रहे हैं। जे बाज न जिया जाई जो मिले त काल अघाई। सद जीवन भलो कहाई मूए बिन जीवन नाही। ਉਹ ਜੀਵਨ ਜਿਹੜਾ ਸਦਾ ਰਹੇ, ਉਹ ਪਹਿਲਾਂ ਮਰਨਾ ਪਵੇਗਾ, ਫਿਰ ਉਹ ਜੀਵਨ ਪ੍ਰਾਪਤ ਹੋਵੇਗਾ। ਅਤੇ ਜਦੋਂ ਉਹ ਜੀਵਨ ਪ੍ਰਾਪਤ ਹੋ ਜਾਏ, ਅਬ ਕਿਆ ਕਥੀਐ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਵਹਾਰਾ। ਰਹਾਉ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ। ਪੂਤ ਪਿਤਾ ਇੱਕ ਜਾਇਆ बिन ठाहर नगर बसाया। जाचक जन दाता पाया। आख्या फिर इस जीव मंगते नूं वो परमात्मा रूपी दाता मिल गया। जाचक जन दाता पाया सो दिया न जाई खाया। बस उस दाते ने फिर ऐसा आत्म ज्ञान बख्शिया जिहड़ा फिर मुकदा ही नहीं। कितना ही वरतो, बाणी तो कहती खावें खर्चें रल मिल भाई टोट ना आवे वधो जाई। पर असी आप ही नहीं प्राप्त करते तो दूजिਆਂ ਨੂੰ ਕੀ देंगे। जाचक जन दाता पाया सो दिया न जाई खाया। ਜਿਹੜਾ ਸਾਡੇ ਕੋਲੋਂ ਖਾਦਿਆਂ ਮੁੱਕਦਾ ਹੀ ਨਹੀਂ। ਛੋੜਿਆ ਜਾਏ ਨਾ ਮੌਕਾ और न पहचाना चूका। ना फिर उस जीवन नूं, उस परमात्मा नूं ना छड्डिया जा सकता, ना वो कदे मुकदा। हाँ, और न पहचाना चूका। ये दर दर दे मंगते बनने वाला काम खत्म हो गया। फिर तो एक अकाल पुरख का पला फड़ लिया। जो जीवन मरना जाने, अखीर विच भगत जी निचोड़ कर दें। जो ਜਿਹੜਾ ਭਾਗਸ਼ਾਲੀ ਮਨੁੱਖ ਜਿਉਂਦਿਆਂ ਮਰਨਾ ਜਾਣ ਲਵੇ, ਜਿਉਂਦਿਆਂ ਅਹੰਕਾਰ ਛੱਡ ਦੇਵੇ, ਇਹ ਅਸੀਂ ਛੱਡਣ ਲਈ ਤਿਆਰ ਨਹੀਂ। ਖਿਮਕਲ ਜਿਸ ਦਿਨ ਜਿਸ ਨੇ ਜਿਉਂਦਿਆਂ ਮਰਨ ਦੀ ਜਾਚ ਸਿੱਖ ਲਈ, ਪਾਤਸ਼ਾਹ ਨੇ ਤੇ ਬਾਣੀ ਜਗ੍ਹਾ ਜਗ੍ਹਾ ਕੇ ਜੀਵਤ ਮਰੋ ਮਰੋ ਫੁਨ ਜੀਵੋ ਤਾਂ ਫਿਰ ਮਰਨ ਨਾ ਹੋਈ। जो जीवन मरना जाने सो पंच सैर सुख माने। वो पंचमुखी है और वो उस अवस्था का सैर आनंद माणदा। कबीर सो तन पाया हर भेटत आप मिटाया। कबीर जी कहते ने मेरे ते गुरु की कृपा हो गई, सो तन पाया, मैं उस आत्मक दौलत नूं प्राप्त कर रहा और हर भेटत आप मिटाया। अपने अंदरों आपा भाव मिटा के कबीर जी ने तो बहुत कृपा की। उन्होंने तो बड़ियां जुगतियां दसियां ने। भाई जे तू रब नूं मिलना ना फिर की कर। कबीरा रोड़ा होए रो बाट का तज मन का अभिमान। ऐसा कोई दास होए ताहे मिले भगवान। कबीर रोड़ा हुआ तो क्या भया पंथी को दुख दे। हर जन ऐसा चाहिए ज्यों धरनी में खे। कबीर खे हुई तो क्या भया जो उड़ लागे अंग। हर जन ऐसा चाहिए ज्यों पानी सरभंग। कबीर पानी हुआ तो क्या भया सीरा ताता होए। हर जन ऐसा चाहिए जैसा हर ही होए। जो जीवन मरना जाने सो पंच सुख माने। कबीर सो धन पाया
हर भेटत आप मिटाया। तो साध संगत भगत कबीर जी ਦੇ बहुत ਉੱਚ ਵਿਚਾਰ, ਜਿਨ੍ਹਾਂ ਨੂੰ ਦਾਸ ਵਰਗੇ ਤੁੱਛ ਬੁੱਧੀ ਵਾਲੇ ਲਈ ਸਮਝਣਾ, ਸਮਝਾਉਣਾ, ਬਿਆਨ ਕਰਨਾ ਬੜਾ ਕਠਿਨ ਹੈ। ਪਰ ਜਿੰਨੀ ਗੁਰੂ ਨੇ ਮੱਤ ਦਿੱਤੀ ਹੈ ਉਹਦੇ ਅਨੁਸਾਰ ਸੰਗਤ ਦੀ ਸੇਵਾ ਲਈ ਇੱਕ ਨਿਮਾਣਾ ਜਿਹਾ ਯਤਨ ਹੈ। ਪ੍ਰਵਾਨ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।